डाटा, ते क्लास सी दे विच यू कैन स्विच ओवर बिटवीन वॉइस एंड डाटा एज पर आर रिक्वायरमेंट। हुण GPRS का जो बेसिक स्ट्रक्चर है इट इज़ वेरी मच सेम सिमिलर विद GSM। हुण जिवें GSM दे विच की हुंदा सी कि ये मोबाइल फोन है वो टावर दे नाल कनैक्टेड है। नाउ दिस BTS इज कनेक्टेड विद BSC, BSC इज कनेक्टेड विद MSC। द प्रोसेस इज सेम, बट इस दे विच अपने कोल दो तरह ਦੇ एक्स्ट्रा ਜਿਹੜੀ ਚੀਜ਼ਾਂ ਆਈਆਂ दैट इज SGSN, that is service GPRS support node, and GGSN, that is gateway GPRS support node। ਇਹ ਜਿਹੜੀਆਂ ਦੋ ਆਪਣੇ ਕੋਲ ਬਲੌਕਸ ਹੈ ਜਾਂ ਇਹ ਕਹਿ ਸਕਦੇ ਹਾਂ ਦੋ ਸਰਵਿਸਿਜ਼ ਵਿੱਚ ਐਕਸਟ੍ਰੈਕਟ ਕੀਤੀਆਂ ਗਈਆਂ, ਜਿਹੜਾ ਡਾਟਾ ਪੈਕੇਟਸ ਦੀ ਪ੍ਰੋਪਰ ਸਰਵਿੰਗ ਕਰਨੀ, ਨੈਟਵਰਕਿੰਗ ਕਰਨੀ, ਰਾਊਟਿੰਗ ਕਰਨੀ, ਕਿੰਨਾ ਕੁ ਡਾਟਾ ਕੰਟਰੋਲ ਰੱਖਣਾ ਹੈ, that all processes performed by SGSN। and gateway ਜਿਹੜਾ ਆਪਣਾ ਪੂਰਾ ਨੈਟਵਰਕ ਦੇ ਵਿੱਚ ਮਤਲਬ ਜੇ ਇੰਟਰਨੈਟ ਦੇ ਨਾਲ ਆਪਾਂ ਕਨੈਕਟੀਵਿਟੀ ਪ੍ਰੋਵਾਈਡ ਕਰਨੀ ਹੈ that is provided by the GGSN on request of SGSN। ਤਾਂ ਆਪਾਂ ਨੈਟਵਰਕ ਉਹੀ ਯੂਜ਼ ਕਰਾਂਗੇ, ਉਸ ਨੈਟਵਰਕ ਦੇ ਵਿੱਚ ਆਪਾਂ ਵੌਇਸ ਦੇ ਟਰਾਂਸਮਿਸ਼ਨ ਦੇ ਨਾਲ ਨਾਲ ਡਾਟਾ ਟਰਾਂਸਮਿਸ਼ਨ ਕਰਨੀ ਸ਼ੁਰੂ ਕਰ ਦਿੰਦੇ ਹਾਂ। that means ਇੱਥੋਂ ਅਗਰ ਕਿਸੇ ਨੇ ਰਿਕੁਐਸਟ ਭੇਜੀ for the GPRS or for the data it is requested, then the GGSN will make the connectivity with server। इस सर्वर ਦੇ ਨਾਲ ਕਨੈਕਟੀਵਿਟੀ ਬਣਾਉਣ ਤੋਂ ਬਾਅਦ SGSN ਬਣੇਗਾ, that is your serving ਜੋ ਵੀ ਕਿਵੇਂ ਕਿਵੇਂ ਤੁਹਾਡੇ ਡਾਟਾ ਪੈਕੇਟਸ ਟ੍ਰਾਂਸਫਰ ਹੋਣੇ ਹੈ। after passing it from your basic HLR or your authentication, the GPRS register is also activated, and from there your data will be transmitted from MSC to the BSC, and from BSC to the BTS, and from BTS to your mobile। this is the basic process of your GPRS, how the GPRS process is performed। next is your Bluetooth technology। ਇਹ ਜਿਹੜੀ Bluetooth technology ਹੈ ਇਹ ਡਰਾਈਵ ਕੀਤੀ ਗਈ ਸੀ ਬਾਈ ਫਰੋਮ ਦ ਨੇਮ ਆਫ ਅ ਕਿੰਗ। ਇੱਕ ਰਾਜਾ ਸੀ, ਉਸ ਦਾ ਨਾਮ ਸੀ Bluetooth, ਬਿਕੋਜ਼ ਉਹਨੇ ਦੋ ਏਰੀਆਜ਼ ਦੇ ਵਿੱਚ ਕਨੈਕਟੀਵਿਟੀ ਬਣਾਈ ਸੀ, that is it has made the connection between Norway and Denmark। ਇਹ ਦੋਨਾਂ ਨੂੰ ਇਹਨਾਂ ਨੇ ਕੰਬਾਈਨ ਕੀਤਾ ਸੀ, ਤਾਂ ਕਰਕੇ this Bluetooth technology, the word Bluetooth is derived from the name of a king। ਐਂਡ ਨਾਓ ਹੁਣ ਇਸ ਬਲੂਟੂਥ ਦਾ ਕੀ ਫਾਇਦਾ ਤੇ ਕੀ ਨੁਕਸਾਨ ਹੈ। ਸਭ ਤੋਂ ਪਹਿਲਾਂ ਜਿੰਨੀ ਵੀ ਸ਼ਾਰਟ ਡਿਊਰੇਸ਼ਨ ਵਾਸਤੇ ਕਮਿਊਨੀਕੇਸ਼ਨ ਕਰਨੀ ਹੈ ਕਿ ਅਗਰ ਆਪਾਂ ਦੋ ਕਮਿਊਨੀਕੇਸ਼ਨ ਡਿਵਾਈਸਿਸ ਬਹੁਤ ਨੇੜੇ ਹੈ, ਬਹੁਤ ਕਲੋਜ਼ ਹੈ, ਤਾਂ ਉੱਥੇ ਆਪਾਂ ਬਲੂਟੂਥ ਟੈਕਨੋਲੋਜੀ ਨੂੰ ਯੂਜ਼ ਕਰਦੇ ਹਾਂ, ਜਿਸ ਦੇ ਵਿੱਚ ਆਪਣੇ ਕੋਲ ਡਿਸਟੈਂਸ ਰਿਕੁਆਇਰਮੈਂਟ ਇਜ਼ ਵੈਰੀ ਲੈਸ ਬਿਟਵੀਨ ਦ ਟੂ ਕਮਿਊਨੀਕੇਸ਼ਨ ਡਿਵਾਈਸਿਸ। ਤਾਂ ਇਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਇਟ ਇਜ਼ ਅ ਸ਼ਾਰਟ ਰੇਂਜ ਵਾਇਰਲੈਸ ਟੈਕਨੋਲੋਜੀ ਕਿ ਸ਼ਾਰਟ ਰੇਂਜ ਦੇ ਵਿੱਚ ਆਪਾਂ ਕਮਿਊਨੀਕੇਟ ਕਰਵਾਉਂਦੇ ਹਾਂ। ਦੈਨ ऑप्टिकल रेंज ऑफ 10 मीटर्स, मतलब ਨੀਅਰਲੀ ਦੋ ਕਮਿਊਨੀਕੇਸ਼ਨ ਡਿਵਾਈਸਿਸ ਦੇ ਵਿੱਚ ਜੋ ਰੇਂਜ ਹੋਏਗੀ ਜਾਂ ਡਿਸਟੈਂਸ ਹੋਏਗਾ that is of 10 ਮੀਟਰਸ। ਪਰ ਅੱਜ ਕੱਲ੍ਹ ਆਪਣੇ ਕੋਲ ਇਸ ਤਰ੍ਹਾਂ ਦੇ ਡਿਵਾਈਸਿਸ ਹੈ ਕਿ ਜਿਸ ਦੇ ਵਿੱਚ ਆਪਾਂ ਰੇਂਜ ਨੂੰ ਇਨਕਰੀਜ਼ ਕਰ ਸਕਦੇ ਹਾਂ ਅਪ ਟੂ ਫਰੋਮ 10 to 100 ਮੀਟਰਸ। ਇਸ ਦੇ ਵਿੱਚ ਆਪਾਂ ਜਿਹੜੀ ਟਰਾਂਸਮਿਸ਼ਨ ਕੀਤੀ ਜਾਂਦੀ ਹੈ ਉਹ ਬਹੁਤ ਹੀ ਲੋ ਪਾਵਰ ਟਰਾਂਸਮਿਸ਼ਨ ਕੀਤੀ ਜਾਂਦੀ ਹੈ। ਸ਼ਾਇਦ ਤੁਹਾਨੂੰ ਪਤਾ ਹੋਏਗਾ ਕਿ ਬਲੂਟੂਥ ਦੇ ਵਿੱਚ ਜਿਹੜੀ ਟਰਾਂਸਮਿਸ਼ਨ ਕਰਦੇ ਹਾਂ ਆਪਾਂ ਮਾਈਕ੍ਰੋਵੇਵ ਰੇਂਜ ਦੀ ਫ੍ਰੀਕੁਐਂਸੀਜ਼ ਨੂੰ ਟਰਾਂਸਮਿਟ ਕਰਦੇ ਹਾਂ, ਬਟ ਆਫ ਵੈਰੀ ਲੋ ਪਾਵਰ। ਬਹੁਤ ਲੋ ਪਾਵਰ ਦੀਆਂ ਆਪਾਂ ਮਾਈਕ੍ਰੋਵੇਵ ਫ੍ਰੀਕੁਐਂਸੀਜ਼ ਨੂੰ ਟਰਾਂਸਮਿਟ ਕਰਦੇ ਹਾਂ ਇਨ ਯੋਰ ਬਲੂਟੂਥ। ਤੇ ਇਹ ਜਿਹੜਾ ਆਪਰੇਟ ਕਰਦਾ ਹੈ ਐਟ ਯੋਰ 2.4 ਗੀਗਾਹਰਟਜ਼ ਟੂ ਦ 2.4835 ਗੀਗਾਹਰਟਜ਼। ਇਸ ਰੇਂਜ ਦੇ ਵਿੱਚ ਆਪਾਂ ਬਲੂਟੂਥ ਦੇ ਵਿੱਚ ਕਮਿਊਨੀਕੇਸ਼ਨ ਕਰਵਾ ਸਕਦੇ ਹਾਂ। ਇਹ ਇੱਕ ਤਰ੍ਹਾਂ ਦਾ ਅਨਲਾਇਸੈਂਸਡ, ਇਸ ਦੇ ਵਾਸਤੇ ਆਪਾਂ ਨੂੰ ਕੋਈ ਲਾਇਸੈਂਸ ਲੈਣਾ ਨਹੀਂ ਪੈਂਦਾ, ਇਟ ਇਜ਼ ਅ ਅਨਲਾਇਸੈਂਸ ਟੈਕਨੋਲੋਜੀ। ਆਪਾਂ ਸਿਰਫ ਇਸ ਬੈਂਡ ਨੂੰ ਯੂਜ਼ ਕਰਕੇ ਦੋ ਡਿਵਾਈਸਿਸ ਦੇ ਵਿੱਚ ਡਾਟਾ ਟਰਾਂਸਫਰ ਕਰ ਸਕਦੇ ਹਾਂ। ਫॉर ਦਿਸ ਦ permission is taken from both the devices, not from any other agency is used to license this process। and ਇਸ ਦੇ ਵਿੱਚ it provide multi level of security ਹੈ। ਤੇ ਜੋ ਟੈਕਨੋਲੋਜੀ ਇਸ ਦੇ ਵਿੱਚ ਯੂਜ਼ ਹੋ ਰਹੀ ਹੈ ਉਹ FHSS ਹੁੰਦੀ ਹੈ, that is frequency hopping spread spectrum। ਛੋਟੇ ਛੋਟੇ ਡਾਟਾ ਪੈਕੇਟਸ ਜੋ ਹੁੰਦੇ ਆ ਪੂਰੀ ਦੀ ਪੂਰੀ ਸਪੈਕਟਰਮ ਦੇ ਉੱਤੇ ਫੈਲਾਏ ਜਾਂਦੇ ਆ। ਪਹਿਲਾਂ ਥੋੜੀ ਜਿਹੀ ਇੱਕ ਛੋਟੀ ਪਾਰਟਿਕੂਲਰ ਫ੍ਰੀਕੁਐਂਸੀ ਤੇ ਉਹਨੇ ਇੱਕ ਡਾਟਾ ਪੈਕੇਟ ਟ੍ਰਾਂਸਫਰ ਕਰਤਾ, ਫਿਰ
ਰਿਸੀਵ ਕਰਤਾ ਦੂਸਰਾ ਪੈਕੇਟ ਉਸ ਤੋਂ ਹੀ, ਤੇ ਫਿਰ ਉਸ ਤੋਂ ਬਾਅਦ ਆਪਣੀ ਫ੍ਰੀਕੁਐਂਸੀ ਸ਼ਿਫਟ ਕਰ ਜਾਏਗਾ, ਤੇ ਉਹ ਇਸ ਤਰ੍ਹਾਂ ਆਪਣੀ ਫ੍ਰੀਕੁਐਂਸੀ ਬਾਰ-ਬਾਰ ਚੇਂਜ ਕਰਦਾ ਰਹਿੰਦਾ ਹੈ ਫॉर द ਸਮਾਲ ਪੈਕੇਟਸ, ਤੇ ਇਸ ਦੇ ਨਾਲ ਇੰਟਰਫੇਰੈਂਸ ਘਟ ਜਾਂਦੀ ਹੈ ਬਿਟਵੀਨ ਦ ਟੂ ਡਾਟਾ ਪੈਕੇਟਸ, ਤੇ ਆਪਣੀ ਜਿਹੜੀ ਕਮਿਊਨੀਕੇਸ਼ਨ ਹੈ ਦੈਟ ਬਿਕਮਸ ਮੋਰ ਸੇਫ। ਇਹਦੇ ਵਿੱਚ ਫ੍ਰੀਕੁਐਂਸੀ ਹੋਪਿੰਗ ਹੁੰਦੀ ਹੈ ਕਿ ਫ੍ਰੀਕੁਐਂਸੀ ਬਾਰ-ਬਾਰ ਚੇਂਜ ਕਰਦੀ ਰਹਿੰਦੀ ਹੈ ਬਿਟਵੀਨ ਦ ਕੰਪਲੀਟ ਸਪੈਕਟਰਮ ਵਿਚ ਇਜ਼ ਅਵੇਲੇਬਲ ਟੂ ਅਸ। ਨੈਕਸਟ ਇਟ ਇਜ਼ ਯੂਜ਼ ਫॉर ਡਾਟਾ ਇਨਕੋਡਿੰਗ ਐਂਡ ਡਾਟਾ ਇਨਕ੍ਰਿਪਸ਼ਨ ਬਲੂਟੁੱਥ ਦੇ ਵਿੱਚ ਕੀਤਾ ਜਾਂਦਾ ਹੈ। ਹੁਣ ਇਹ ਜਿਹੜਾ ਬਲੂਟੁੱਥ ਦੀ ਕਨੈਕਟੀਵਿਟੀ ਬਣਦੀ ਹੈ, ਜਿਵੇਂ ਇਹ ਤੁਹਾਡੇ ਕੋਲ ਇੱਕ ਮਾਸਟਰ ਹੈ ਜਿਸ ਦੇ ਕੋਲ ਤੁਹਾਡੇ ਕੋਲ ਬਲੂਟੁੱਥ ਕਾਰਡ ਹੈ, ਉਹ ਡਿਫਰੈਂਟ ਡਿਵਾਈਸਿਸ ਦੇ ਨਾਲ ਕਮਿਊਨੀਕੇਟ ਕਰ ਰਹੇ, ਤੇ ਜਦੋਂ ਇਹ ਸਾਰੇ ਡਿਵਾਈਸਿਸ ਆਪਸ ਵਿੱਚ ਕਨੈਕਟ ਹੁੰਦੇ ਹੈ ਬਾਏ ਦ ਬਲੂਟੁੱਥ, ਦਿਸ ਪ੍ਰੋਸੈਸ ਇਜ਼ ਨੋਨ ਐਜ਼ ਪਿਕੋਨੈਟ। ਤੇ ਆਪਣੇ ਕੋਲ ਇੱਕ ਤੋਂ ਜ਼ਿਆਦਾ ਡਿਵਾਈਸਿਸ ਵੀ ਕਨੈਕਟ ਕਰ ਸਕਦੇ ਹਾਂ ਆਪਾਂ, ਮੈਕਸਿਮਮ 7 to 10 ਡਿਵਾਈਸਿਸ ਆਰ ਕਨੈਕਟਡ ਇਨ ਦਿਸ ਪਿਕੋਨੈਟ। ਪਿਕੋਨੈਟ ਦੇ ਵਿੱਚ 7 ਜਾਂ ਉਸ ਤੋਂ 10 ਤੱਕ ਮੈਕਸਿਮਮ ਡਿਵਾਈਸਿਸ ਆਪਾਂ ਕਨੈਕਟੀਵਿਟੀ ਕਰਦੇ ਹਾਂ। ਤੇ ਹੁਣ ਜਦੋਂ ਟਰਾਂਸਮਿਸ਼ਨ ਕੀਤੀ ਜਾਂਦੀ ਹੈ ਦੈਟ ਇਜ਼ ਬੇਸਡ ਔਨ ਕਲਾਸ, ਕਿਸ ਟਾਈਪ ਦਾ ਤੁਸੀਂ ਬਲੂਟੁੱਥ ਯੂਜ਼ ਕਰ ਰਹੇ ਹੋ। ਇਫ ਯੂਰ ਕਲਾਸ 1 ਇਜ਼ ਯੂਜ਼ਡ ਤਾਂ ਉਸਦੇ ਵਿੱਚ ਜਿਹੜੀ ਪਾਵਰ ਟਰਾਂਸਮਿਸ਼ਨ ਹੋਏਗੀ ਉਹ ਸਿਰਫ 100 ਮੈਗਾਵਾਟਸ ਹੋਏਗੀ, ਤੇ ਉਸਦੀ ਰੇਂਜ 100 ਮੀਟਰਸ ਹੋਏਗੀ, ਕਿ ਸਿਰਫ ਆਪਾਂ ਪਾਵਰ ਨੂੰ ਵਧਾ ਕੇ ਆਪਾਂ ਰੇਂਜ ਨੂੰ ਇਨਕਰੀਜ਼ ਕਰ ਰਹੇ ਹਾਂ। ਤੇ ਜੇ ਕਲਾਸ 2 ਹੈ ਤਾਂ ਉਸਦੇ ਵਿੱਚ ਆਪਾਂ ਪਾਵਰ ਜਿਹੜੀ ਪਰਮਿਟਡ ਹੈ 2.5 ਹੀ ਹੋਏਗੀ ਐਂਡ ਰੇਂਜ ਤੁਹਾਡੀ 10 ਮੀਟਰਸ ਹੋ ਜਾਏਗੀ। ਕਲਾਸ 3 ਹੈ ਤਾਂ ਪਾਵਰ ਟਰਾਂਸਮਿਟਡ 1 ਮੈਗਾਵਾਟਸ ਹੈ ਤੇ ਉਹਦੀ ਜਿਹੜੀ ਰੇਂਜ ਹੈ ਉਹ 1 ਮੀਟਰ ਤੱਕ ਰਹੇਗੀ। ਮਤਲਬ ਬਾਈ ਯੂਜ਼ਿੰਗ ਦ ਪਾਵਰ we are increasing the distance between the two communication devices। ਤੁਹਾਡਾ ਜਿਹੜਾ ਮੋਬਾਈਲ ਫੋਨਸ ਹੈ ਉਸਦੀ ਆਪਾਂ ਇਹ ਨਹੀਂ ਕਹਿੰਦੇ ਕਿ ਬਹੁਤ ਜ਼ਿਆਦਾ ਬੈਟਰੀ ਯੂਜ਼ ਹੋ ਜਾਂਦੀ ਹੈ when you use your bluetooth, you know only 1/10 of the power is used of your battery for this type of processes, that is your battery is not too much wasted in your bluetooth technology। next is your Wi-Fi। Wi-Fi is a wireless fidelity ki your that means a wireless internet services are provided to you। ਤੇ ਇਸ ਦੇ ਵਿੱਚ ਜਿਹੜਾ ਵਾਇਰਲੈਸ ਆਪਾਂ ਇੰਟਰਨੈਟ ਕਰਦੇ ਹਾਂ ਤਾਂ ਦੋ ਡਿਵਾਈਸਿਸ ਦੇ ਵਿੱਚ ਆਪਣੇ ਕੋਲ 300 ਫੀਟਸ ਦਾ ਡਿਫਰੈਂਸ ਹੋ ਸਕਦਾ, that means the distance can be more than 100 meters or up to 100 meters। ਤੇ ਇਹ ਟੈਕਨੋਲੋਜੀ ਬੇਸਡ ਹੁੰਦੀ ਹੈ ਅਸੈਸ ਪੁਆਇੰਟਸ ਦੇ ਉੱਤੇ, ਕਿ ਅਸੈਸ ਪੁਆਇੰਟਸ ਦੇ ਨਾਲ ਪਹਿਲਾਂ ਕਨੈਕਟੀਵਿਟੀ ਹੋਏਗੀ, ਉਸ ਤੋਂ ਬਾਅਦ ਹੀ ਡਾਟਾ ਟ੍ਰਾਂਸਫਰਿੰਗ ਹੋ ਸਕਦੀ ਹੈ। ਤੇ ਇਹ ਕਿਹੜੀ ਟੈਕਨੋਲੋਜੀ ਯੂਜ਼ ਕਰਦਾ, ਇਟ ਇਜ਼ IEEE 802.11 technology is used in your Wi-Fi। see how the Wi-Fi is used here। ਹੁਣ ਇੱਥੋਂ ਤੁਸੀਂ ਇੰਟਰਨੈਟ ਸਰਵਿਸ ਪ੍ਰੋਵਾਈਡ ਕਰ ਰਹੇ ਹੋ ਕਿ ਇਹ ਤੁਹਾਡਾ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੈ, ਇੱਥੋਂ ਤੁਸੀਂ ਵਾਈਫਾਈ ਦੇ ਰਾਊਟਰ ਦੇ ਨਾਲ ਕਨੈਕਸ਼ਨ ਕਰਤਾ। ਹੁਣ ਇਹ ਜਿਹੜਾ ਰਾਊਟਰ ਹੈ, ਇਹ ਜਿਹੜਾ ਡਾਕ ਤੁਹਾਨੂੰ ਦਿਖ ਰਿਹਾ ਹੈ, ਇਹ ਉਸਦੀ ਰੇਂਜ ਹੈ। ਇਸ ਰੇਂਜ ਦੇ ਵਿੱਚ ਅਗਰ ਤੁਹਾਡੇ ਕੋਲ ਕੋਈ ਕੰਪਿਊਟਰ ਆਂਦਾ ਹੈ ਤਾਂ ਉਹ ਇਸ ਰਾਊਟਰ ਦੇ ਨਾਲ ਕਨੈਕਟੀਵਿਟੀ ਬਣਾ ਲੇਗਾ। ਤੇ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੈ, ਜੇ ਕਿਸੇ ਕੰਪਿਊਟਰ ਦੇ ਨਾਲ ਕਨੈਕਟਡ ਹੈ ਤਾਂ ਕੰਪਿਊਟਰ ਤੋਂ ਬਾਅਦ ਫਿਰ ਕਿਸੇ ਵਾਈਫਾਈ ਬ੍ਰਿਜ ਦੇ ਨਾਲ ਕਨੈਕਟਡ ਹੈ ਤਾਂ ਇਸ ਤਰ੍ਹਾਂ ਉਸਦਾ ਪਰਟੀਕੂਲਰ ਇੱਕ ਰੀਜਨ ਹੋ ਜਾਏਗਾ। ਤਾਂ ਇਸ ਤਰ੍ਹਾਂ ਇਹ ਇੱਕ ਅਸੈਸ ਪੁਆਇੰਟ ਐਕਟ ਕਰੇਗਾ। this Wi-Fi router is acting as a access point। ਤੇ ਇੱਥੋਂ ਜਦੋਂ ਉਹਨੇ ਕਨੈਕਟੀਵਿਟੀ ਕਰਨੀ ਹੈ ਤਾਂ ਇਹ ਡਾਟਾ ਟ੍ਰਾਂਸਫਰ ਇਸ ਨੂੰ ਕਰੇਗਾ, ਪਹਿਲਾਂ ਕੁਝ ਸਿਗਨਲਸ ਭੇਜੇਗਾ, ਜਦੋਂ ਉਹਨੂੰ ਅਸੈਸ ਪੁਆਇੰਟ ਮਿਲ ਗਿਆ ਤਾਂ ਉਹ ਕਨੈਕਟੀਵਿਟੀ ਬਣਾ ਸਕਦਾ, ਤਾਂ ਉਹ ਇੱਕ ਅਸੈਪਟੈਂਸ ਦਾ ਸਿਗਨਲ ਇਹਨੂੰ ਵਾਪਸ ਭੇਜੇਗਾ, ਤੇ ਇਸ ਤਰ੍ਹਾਂ ਦੋਨੋਂ ਆਪਸ 'ਚ ਕਮਿਊਨੀਕੇਟ ਕਰ ਸਕਦੇ ਹੈ। ਐਂਡ ਦਿਸ ਕਮਿਊਨੀਕੇਸ਼ਨ ਇਜ਼ ਪੋਸੀਬਲ ਵਿਦ ਦ ਹੈਲਪ ਆਫ ਅਸੈਸ ਪੁਆਇੰਟਸ। ਜਿਹੜੇ ਅਸੈਸ ਪੁਆਇੰਟਸ ਹੁੰਦੇ ਹੈ 10 ਮਾਈਕਰੋ ਸੈਕਿੰਡਸ ਵਾਸਤੇ ਇੱਕ ਦੂਸਰੇ ਕੋਲ ਟ੍ਰਾਂਸਫਰ ਹੁੰਦੇ ਰਹਿੰਦੇ ਹੈ ਬਾਰ-ਬਾਰ, ਤੇ ਇਸ ਤਰੀਕੇ ਦੇ ਨਾਲ ਕੋਈ ਵੀ ਡਿਵਾਈਸ ਕਨੈਕਟੀਵਿਟੀ ਬਣਾ ਸਕਦਾ ਹੈ। ਐਂਡ ਦੈਟ ਡਿਪੈਂਡਸ ਅਪੋਨ ਦ ਰੇਂਜ ਆਫ ਯੋਰ ਵਾਈਫਾਈ ਰਾਊਟਰ। ਤੁਹਾਡੇ ਵਾਈਫਾਈ ਰਾਊਟਰ ਦੀ ਕਿੰਨੀ ਕੁ ਰੇਂਜ ਹੈ, ਉਸ ਦੇ ਨਾਲ ਤੁਹਾਡੀ ਵਾਈਫਾਈ ਦੀ ਕਨੈਕਟੀਵਿਟੀ ਜਾਂ ਵਾਈਫਾਈ ਦੀ ਡਿਸਕ੍ਰਿਪਸ਼ਨ ਪੋਸੀਬਲ ਹੈ। this is your internet service provider which provide the services through this Wi-Fi router, and this Wi-Fi router will make the connectivity with the system, and this computer is within the range। ਇਹ ਪੂਰੀ ਰਾਊਟਰ ਦੀ ਰੇਂਜ ਹੈ, ਇਹ ਇੰਨੀ ਪੂਰੀ ਜਿਹੜਾ ਸਰਕੂਲਰ ਸ਼ੋ ਕੀਤਾ ਗਿਆ ਹੈ ਇਹ ਪੂਰਾ ਰਾਊਟਰ ਦੀ ਰੇਂਜ ਹੈ। ਤੇ ਇਸ ਤਰ੍ਹਾਂ ਇਹ ਕਨੈਕਟੀਵਿਟੀ ਬਣਾ ਕੇ ਇੱਕ ਅਸੈਸ ਪੁਆਇੰਟ ਦੇ ਥਰੂ ਕਮਿਊਨੀਕੇਟ ਕਰ ਸਕਦੇ ਹੈ। ਤੇ ਅਗਰ ਕੋਈ ਦੂਸਰਾ ਕੰਪਿਊਟਰ ਹੈ, ਅਗਰ ਉਹ ਅਸੈਪਟ ਕਰਦਾ ਹੈ ਫॉर द ਵਾਇਰਲੈਸ ਅਸੈਸ ਪੁਆਇੰਟ, ਤਾਂ ਹੀ ਉਹ ਕਮਿਊਨੀਕੇਟ ਕਰੇਗਾ with this router। otherwise if it doesn't accept your access point, it will not communicate with it।
Next is your GPS, global positioning system. ਹੁਣ ਗਲੋਬਲ ਪੋਜੀਸ਼ਨਿੰਗ ਸਿਸਟਮ ਦੇ ਵਿੱਚ ਕੀ ਹੈ ਕਿ 24 ਸੈਟੇਲਾਈਟਸ ਜਿਹੜੀਆਂ ਹੁੰਦੀਆਂ ਆਪਣੇ ਅਰਥ ਦੇ ਆਰਬਿਟ ਵਿੱਚ ਘੁੰਮਦੀਆਂ ਰਹਿੰਦੀਆਂ। ਇਹ ਜਦੋਂ ਤੋਂ ਪਹਿਲਾਂ ਟੈਕਨੋਲੋਜੀ ਬਣਾਈ ਸੀ GPS, ਇਹ ਮਿਲਟਰੀ ਯੂਜ਼ ਵਾਸਤੇ ਬਣਾਈ ਸੀ, ਬਟ ਹੁਣ ਇਹਨੂੰ ਆਪਾਂ ਕਮਿਊਨੀਕੇਸ਼ਨ ਵਾਸਤੇ ਵੀ ਯੂਜ਼ ਕਰਨਾ ਸ਼ੁਰੂ ਕਰਤਾ ਔਰ ਐਜ਼ ਪਰ ਆਰ ਰਿਕੁਆਇਰਮੈਂਟ ਆਪਾਂ GPS ਸਰਵਿਸਿਜ਼ ਨੂੰ ਯੂਜ਼ ਕਰਦੇ ਹਾਂ। ਇਸ ਦੇ ਵਿੱਚ 24 ਸੈਟੇਲਾਈਟਸ ਆਰ ਰੋਟੇਟਿੰਗ ਇਨ ਦਾ ਆਰਬਿਟ ਅਰਾਊਂਡ ਦਾ ਅਰਥ, ਤੇ ਉਹ 2 ਵਾਰ ਐਟਲੀਸਟ ਘੁੰਮਦੀਆਂ ਅਰਾਊਂਡ ਦ ਅਰਥ ਇਨ ਅ ਡੇ। ਤਾਂ ਉਸ ਦੇ ਥਰੂ ਆਪਾਂ ਆਪਣਾ ਸਿਗਨਲ ਟਰਾਂਸਮਿਟ ਕਰਵਾ ਸਕਦੇ ਹਾਂ। GPS ਦੀ ਜਿਹੜੀ ਕਨੈਕਟੀਵਿਟੀ ਹੈ that depends upon the three principle, that is your space segment, control segment and user segment. First is your space segment, ਕਿ ਜਿਹੜੇ ਇਹ ਸਾਰੀਆਂ ਸੈਟੇਲਾਈਟਸ ਹੈ ਉਹ ਕਿਵੇਂ ਚੱਲਦੀਆਂ। they use the solar energy for the charging process, ਤੇ ਉਹ ਸੋਲਰ ਐਨਰਜੀ ਦੇ ਨਾਲ ਹੀ ਸਪੇਸ ਦੇ ਵਿੱਚ ਆਪਣਾ ਸਾਰਾ ਸਿਸਟਮ ਨੂੰ ਅਪਗ੍ਰੇਡ ਐਂਡ ਚਲਾਉਂਦੀ ਹੈ। ਤੇ ਉਸ ਤੋਂ ਬਾਅਦ ਜੋ ਨੀਚੇ ਹੈ ਔਨ ਅਰਥ we have your master station which control the all signals, and this here is the monitor stations and the ground antennas. ਹੁਣ ਜਿਵੇਂ ਮੈਂ ਰਿਕੁਐਸਟ ਭੇਜੀ ਹੈ, ਜਿਵੇਂ ਆਪਣਾ ਆਪਾਂ ਨਾਰਮਲੀ ਸੈਟੇਲਾਈਟ ਦੇ ਥਰੂ ਕਮਿਊਨੀਕੇਟ ਕਰਦੇ ਹਾਂ, ਤਾਂ ਇੱਥੋਂ ਸਿਗਨਲ ਤੁਸੀਂ ਉੱਪਰ ਸੈਟੇਲਾਈਟ ਕੋਲ ਭੇਜੋਗੇ, ਉਹ ਸੈਟੇਲਾਈਟ ਉਸ ਨੂੰ ਅਸੈਸ ਕਰਕੇ ਤੁਹਾਡੇ ਮਾਸਟਰ ਸਟੇਸ਼ਨ ਕੋਲ ਭੇਜੇਗੀ। ਮਾਸਟਰ ਸਟੇਸ਼ਨ ਉਸ ਸਿਗਨਲ ਨੂੰ ਅਸੈਸ ਕਰੇਗਾ, ਇਟ ਵਿਲ ਅਗੇਨ ਟਰਾਂਸਮਿਟ ਟੂ ਦ ਸੈਟੇਲਾਈਟ ਐਂਡ ਇਟ ਮੇ ਬੀ ਟਰਾਂਸਮਿਟਡ ਟੂ ਮੋਨੀਟਰ ਸਟੇਸ਼ਨਸ ਔਰ ਦ ਯੂਜ਼ਰ ਸੈਗਮੈਂਟ ਔਰ ਟੂ ਦ ਸੇਮ ਸਟੇਸ਼ਨ। ਮਤਲਬ ਕਿ ਇਸ ਤਰ੍ਹਾਂ ਬਾय ਦ ਸੈਟੇਲਾਈਟ ਇਟ ਇਜ਼ ਕਮਿਊਨੀਕੇਟਡ। ਨਾਓ GPS ਇਜ਼ ਗਲੋਬਲ ਪੋਜੀਸ਼ਨਿੰਗ ਸਿਸਟਮ। ਤੁਹਾਡੇ ਕੋਲ ਅੱਜ ਕੱਲ੍ਹ ਇੱਕ ਟੈਕਨੋਲੋਜੀ ਆਪਾਂ ਯੂਜ਼ ਕਰਦੇ ਹਾਂ ਕਿ ਆਪਣੀ ਕਾਰ ਜਿੱਧਰ ਵੀ ਘੁੰਮ ਰਹੀ ਹੋਏਗੀ ਔਨ ਦ, ਅਗਰ ਆਪਾਂ ਕਾਰ ਦੇ ਵਿੱਚ GPS ਸਿਸਟਮ ਇੰਸਟਾਲ ਕਰ ਦਿੰਦੇ ਹਾਂ ਤਾਂ ਆਪਾਂ ਲੋਕੇਸ਼ਨ ਟਰੈਕ ਕਰ ਸਕਦੇ ਹਾਂ ਕਿ ਆਪਾਂ ਕਿੱਥੇ ਕਿਵੇਂ ਜਾ ਸਕਦੇ ਹਾਂ। ਤੁਹਾਡੇ ਕੋਲ GPS ਸਿਸਟਮ ਅੱਜ ਕੱਲ੍ਹ ਕਾਰਸ ਦੇ ਵਿੱਚ ਵੀ ਅਵੇਲੇਬਲ ਹੁੰਦੇ ਹੈ, ਜਿਸ ਦੇ ਨਾਲ ਤੁਸੀਂ ਮਿਨੀਮਮ ਡਿਸਟੈਂਸ ਫਾਈਂਡ ਕਰ ਸਕਦੇ ਹੋ ਬਿਟਵੀਨ ਯੋਰ ਰਿਕੁਆਇਰਡ ਲੋਕੇਸ਼ਨ ਫਰੋਮ ਦ ਲੋਕੇਸ਼ਨ ਯੂ ਆਰ ਟਰੈਵਲਿੰਗ। ਤੁਸੀਂ ਦੋਨੋਂ ਲੋਕੇਸ਼ਨ ਦੇ ਵਿੱਚ ਮਿਨੀਮਮ ਡਿਸਟੈਂਸ ਨੂੰ track ਕਰ ਸਕਦੇ ਹੋ by this GPS system. Next is your RFID, that is radio frequency identification. ਇਹ ਜਿਹੜੇ RFID ਹੈ ਤੁਹਾਡੇ ਕੋਲ ਸੀ ਜਿਹੜੇ ਬਾਰਕੋਡਡ ਤੁਸੀਂ ਦੇਖਿਆ ਹੋਏਗਾ ਕਿ ਬਾਰਕੋਡ ਦੇ ਉੱਤੇ ਜਦੋਂ ਸਕੈਨ ਕੀਤਾ ਜਾਂਦਾ ਹੈ ਰੀਡਰ ਨੂੰ ਤਾਂ ਆਪਾਂ ਆਇਡੈਂਟੀਫਾਈ ਕਰ ਲੈਂਦੇ ਕਿ this thing belongs to us. ਇਹ ਵੀ ਸੇਮ ਹੀ ਬਾਰਕੋਡ ਟੈਕਨੋਲੋਜੀ ਦੀ ਤਰ੍ਹਾਂ ਹੀ ਹੈ, ਬਟ ਇਸ ਦੇ ਵਿੱਚ ਆਪਾਂ ਟੈਗਸ ਯੂਜ਼ ਕਰਦੇ ਹਾਂ। ਇਹ ਟੈਗਸ ਦੇ ਵਿੱਚ ਕੁਝ ਐਂਟੀਨਾਸ ਅਵੇਲੇਬਲ ਹੁੰਦੇ ਹੈ, ਤੇ ਜਦੋਂ ਹੁਣ ਇਸ ਦੇ ਵਿੱਚ ਕੀ ਹੋਏਗਾ ਕਿ ਜਦੋਂ ਇਹ ਟੈਗ ਆਪਣੀ ਉਸ ਰੀਜਨ ਦੇ ਵਿੱਚ ਆਏਗਾ ਤਾਂ ਇਟ ਵਿਲ ਬੀ ਅਸੈਸਡ ਬਾਈ ਅਸ। ਜਿਵੇਂ ਬਾਰਕੋਡ ਦੇ ਵਿੱਚ ਤਾਂ ਬਹੁਤ ਹੀ ਇੱਕ ਲਾਈਨ ਆਫ ਸਾਈਟ ਕੰਟੈਕਟ ਬਣਾਉਣਾ ਪੈਂਦਾ ਹੈ, ਬਟ ਇਸ ਟੈਗਿੰਗ ਜਾਂ RFID ਦੇ ਸਿਸਟਮ ਦੇ ਵਿੱਚ ਆਪਾਂ ਨੂੰ ਪ੍ਰੋਪਰ ਕਨੈਕਟੀਵਿਟੀ ਬਣਾਉਣ ਦੀ ਜ਼ਰੂਰਤ ਨਹੀਂ, ਆਪਾਂ ਉਸ ਚੀਜ਼ ਨੂੰ ਸਰਚ ਕਰ ਸਕਦੇ ਹਾਂ ਜਦੋਂ ਉਹ ਤੁਹਾਡੇ ਰੀਜਨ ਦੇ ਵਿੱਚ ਆਏਗੀ। ਨਾਓ RFID ਇਜ਼ ਅ ਮਾਈਕਰੋਚਿਪ ਕੰਬਾਈਨਡ ਵਿਦ ਐਨ ਐਂਟੀਨਾ ਇਨ ਅ ਕੰਪੈਕਟ ਪੈਕ। ਇਹ ਜਿਹੜੀ ਚਿਪ ਮੈਂ ਤੁਹਾਨੂੰ ਦੱਸ ਰਿਹਾ ਇਹ ਹੁੰਦੀ ਹੈ RFID ਚਿਪ, RFID ਮਾਈਕਰੋਚਿਪ, ਔਰ ਇਟ ਇਜ਼ ਆਲਸੋ ਕਾਲਡ ਟੈਗਸ। ਇਹਨੂੰ ਟੈਗਸ ਵੀ ਕਹਿੰਦੇ ਹੋ। ਤੇ ਇਸ ਦੇ ਵਿੱਚ ਇੱਕ ਐਂਟੀਨਾ ਹੁੰਦਾ, ਤੇ ਜਦੋਂ ਤੁਸੀਂ ਕਮਿਊਨੀਕੇਟ ਕਰਨਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਇੱਥੋਂ ਇਸ ਐਂਟੀਨਾ ਦੇ ਥਰੂ ਸਿਗਨਲ ਜਿਹੜੇ ਹੈ ਰੀਡਰ ਕੋਲ ਜਾਣਗੇ, ਤੇ ਇਹ ਐਂਟੀਨਾ ਸਾਰੇ ਦੇ ਸਾਰੇ ਸਿਗਨਲਸ ਨੂੰ ਰੇਡੀਓ ਫ੍ਰੀਕੁਐਂਸੀ ਸਿਗਨਲ ਨੂੰ ਟਰਾਂਸਮਿਟ ਕਰੇਗਾ। ਜਦੋਂ ਇਹ ਟੈਗ ਇਸ ਰੀਜਨ ਦੇ ਵਿੱਚ ਐਂਟਰ ਕਰੇਗਾ ਇਟ ਵਿਲ ਬੀ ਰੈਡ ਬਾਈ ਦਿਸ ਰੀਡਰ। ਇਹ ਰੀਡਰ ਦੇ ਦੁਆਰਾ ਰੈਡ ਕੀਤੀ ਜਾਏਗੀ ਐਂਡ ਦ ਸਿਗਨਲ ਇਜ਼ ਟਰਾਂਸਮਿਟਡ ਟੂ your wireless cable or to the computer. In this way the signals can be transmitted from reader end to the tags or from tags to the reader. That is signal is transmitted here ਤਾਂ ਉਹ energize ਕਰੇਗਾ ਇਸ ਦੇ ਐਂਟੀਨਾ ਨੂੰ, ਤੇ because this EM energy is converted to current and current will energize this antenna and it will again transmit the signal back to the reader. That means when the signal is transmitted from this end, then the replica signal is transmitted to the reader. Now DTH is the basic which we had used your direct to home and televisions. Now what we have studied for the emerging technologies, we have GSM CDMA,
For data transferring, we have GPRS. For your wireless data transferring, we have Wi-Fi and WiMAX. For short distance communication, we have Bluetooth. And for for controlling the device, we have GPF. And to control the intruders or to find or search things, we have the RFID technology. Thank you.